ਇੱਕ ਓੰਕਾਰ। ਸਤ ਗੁਰ ਪ੍ਰਸਾਦ। ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ। ਤੂੰ ਨਾਨਕ ਮਨ ਭਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ। ਜੈ ਮਿਲ ਕੰਤ ਪਛਾਣਾ। ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ। ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਂਝ ਮਹਲਾ ਤੀਜਾ। ਅੰਮ੍ਰਿਤ ਵਰਸੈ ਸਹਿਜ ਸੁਭਾਏ। ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਵਰਸੈ ਸਹਿਜ ਸੁਭਾਏ। ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਾਸੇ। ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ। ਆਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪੀਆਵਣਿਆ। ਰਸਨਾ ਰਸ ਚਾਖ ਸਦਾ ਰਹੈ ਰੰਗ ਰਾਤੀ। ਸਹਿਜੇ ਹਰ ਗੁਣ ਗਾਵਣਿਆ। ਰਹਾਉ ਗੁਰ ਪ੍ਰਸਾਦੀ ਸਹਿਜ ਕੁਪਾਏ। ਦੁਬਿਧਾ ਮਾਰੇ ਇਕਸ ਸਿਉ ਲਿਵ ਲਾਏ। ਨਦਰ ਕਰੇ ਤਾਂ ਹਰ ਗੁਣ ਗਾਵੈ। ਨਦਰੀ ਸੱਚ ਸਮਾਵਣਿਆ। ਸਭਨਾ ਉਪਰ ਨਦਰ ਪ੍ਰਭ ਤੇਰੀ। ਕਿਸੈ ਥੋੜੀ ਕਿਸੈ ਹੈ ਕਨਹੇਰੀ। ਤੁਝ ਤੇ ਬਾਹਰ ਕਿਛ ਨਾ ਹੋਵੈ। ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤਤ ਹੈ ਵਿਚਾਰਾ। ਅੰਮ੍ਰਿਤ ਭਰੇ ਤੇਰੇ ਪੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ। ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋ ਹੈ। ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਰਤਾ। ਅੰਮ੍ਰਿਤ ਸਹਿਜ ਸੁਣਾਵਣਿਆ। ਮਨ ਮੁਖ ਭੂਲਾ ਦੂਜੈ ਭਾਏ ਖੁਆਏ। ਨਾਮ ਨ ਲੇਵੈ ਮਰੈ ਬਿਖ ਖਾਏ। ਅਨ ਦਿਨ ਸਦਾ ਵਿਸ਼ਟਾ ਮਹਿ ਵਾਸਾ। ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ। ਗੁਰ ਪ੍ਰਸਾਦੀ ਸਹਿਜ ਲਿਵ ਲਾਏ। ਪੂਰਨ ਪੂਰ ਰਹਾ ਸਭ ਆਪੇ। ਗੁਰਮਤਿ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ। ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸਮਾਲ ਸਦਾ ਤੂੰ। ਸਹਿਜੇ ਸੱਚ ਸਮਾਵਣਿਆ। ਆਪੇ ਆਪ ਨਿਰੰਜਨ ਸੋਈ। ਜਿਨ ਸਿਰਜੀ ਤਿਨ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ। ਸਹਿਜੇ ਸੱਚ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਹੈ। ਸੰਧਿਆ ਸਮੇਂ
ਅਸੀਂ ਗੁਰੂ ਹਜ਼ੂਰ ਹਾਜ਼ਰ ਹੋਏ ਹਾਂ, ਜਾਂ ਟੈਲੀਵਿਜ਼ਨ ਰਾਹੀਂ ਜਾਂ ਹੋਰ ਸੋਸ਼ਲ ਮੀਡੀਆ ਆਊਟਲੈਟਸ ਰਾਹੀਂ ਘਰਾਂ ਥਾਵਾਂ ਤੋਂ ਸਤਸੰਗਤ ਮਾਣ ਪਾ ਰਹੇ ਹਾਂ। ਵਡਭਾਗਤਾ ਹੈ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਮਾਣ ਰਹੇ ਸੀ। ਹੁਣ ਅਗਲੇਰਾ ਸਮਾਂ ਗੁਰੂ ਸ਼ਬਦ ਵਿਆਖਿਆ ਦਾ ਹੈ, ਜਿਸ ਵਿੱਚ ਮਾਝ ਰਾਗ ਦੇ ਅਸ਼ਟਪਦੀ ਵਿਚਾਰੇ ਜਾ ਰਹੇ ਨੇ। ਗੁਰੂ ਅਮਰਦਾਸ ਮਹਾਰਾਜ ਨਾਨਕ ਜੋਤ ਦੇ ਤੀਸਰੇ ਜਾਮੇ ਦੁਆਰਾ, ਤੀਸਰੇ ਜਾਨਸ਼ੀਨ ਦੁਆਰਾ ਇਹ ਬਚਨ ਉਚਰਿਤ ਕੀਤਾ ਗਿਆ ਹੈ। ਸ਼ਬਦ ਆਪਨੇ ਸਰਵਨ ਕੀਤਾ ਹੈ। ਬੀਤੇ ਕੱਲ ਇਸ ਦੀ ਤਕਰੀਰ ਪ੍ਰਾਰੰਭ ਕੀਤੀ ਸੀ, ਖਾਸ ਕਰਕੇ ਰਹਾਉ ਦੇ ਪਦੇ ਤੋਂ, ਐਂਡ ਵੀ tried to discuss it in very detail. So today we will just have a look on it, and then afterward we will start discussing from first stanza, ਪਹਿਲੇ ਪਦੇ ਤੋਂ ਅਸੀਂ ਅਗਾਂਹ ਫਿਰ ਫਰਦਰ ਡਿਸਕਸ਼ਨ ਸ਼ੁਰੂ ਕਰਾਂਗੇ। ਜੋ ਬਚਨ ਹੈ ਰਹਾਉ ਦੇ ਬੰਦ ਵਿੱਚ, ਹਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ। ਹਉ ਵਾਰੀ ਜਿਉ ਵਾਰੀ ਇੱਕ ਪੰਜਾਬੀ ਜ਼ਬਾਨ ਬੋਲੀ ਦੇ ਵਿੱਚ ਇੱਕ ਈਡੀਅਮ ਆ, ਜਿਹਨੂੰ ਤੁਸੀਂ ਬਹੁਤ ਪਿਆਰ ਕਰੋ, ਸਨੇਹ ਕਰੋ ਅਤੇ ਜਿਹਦਾ ਬੜਾ ਰਿਗਾਰਡ ਕਰੋ, ਅਤੇ ਉਹਨੂੰ ਹਾਈਐਸਟ ਲੈਵਲ ਰਿਸਪੈਕਟ ਦਾ ਪੇ ਕਰਦਿਆਂ ਹੋਇਆ ਤੁਸੀਂ ਕਹਿੰਦੇ ਹੋ ਕਿ ਤੇਰੇ ਤੋਂ ਮੈਂ ਆਪਣੀ ਜਾਨ ਵਾਰ ਦਿਆਂ। ਦੈਟ ਇਜ਼ ਦਾ ਹਉ ਵਾਰੀ ਜਿਉ ਵਾਰੀ। ਮੈਂ ਆਪਣੀ ਜਿੰਦ ਵਾਰ ਦਿਆਂ। ਅਤੇ ਵਾਰਾਂ ਕਿਹਦੇ ਤੋਂ? ਗੁਰਮੁਖ ਅੰਮ੍ਰਿਤ ਪਿਆਵਣਿਆ, who can help me to make association with my Guru so that I can enjoy the nectar of life. ਗੁਰਮੁਖ ਅੰਮ੍ਰਿਤ ਪਿਆਵਣਿਆ, ਜਿਹੜਾ ਅਸਲ ਜ਼ਿੰਦਗੀ ਦਾ ਅੰਮ੍ਰਿਤ ਰਸ ਆ, ਉਹਨੂੰ ਮਾਣ ਸਕਾਂ। ਬੀਤੇ ਕੱਲ ਬੜੀ ਡਿਟੇਲ ਡਿਸਕਸ਼ਨ ਹੋਈ ਅੰਮ੍ਰਿਤ ਬਾਰੇ, ਇਨ ਐਕਚੁਅਲੀ ਮਾਡਰਨ ਲੈਂਗੁਏਜ ਐਂਡ ਮਾਡਰਨ ਪਰਸਪੈਕਟਿਵ ਦੇ ਵਿੱਚ। ਅਗਲੀ ਲਾਈਨ ਰਹਾਉ ਦੇ ਪਦੇ ਦੀ ਬਣ ਰਹੀ ਹੈ, ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ। ਰਸਨਾ ਰਸ, ਜੀਭ ਦੀ ਗੱਲ ਹੋ ਰਹੀ ਹੈ। ਖਾਣਾ ਪੀਣਾ ਇਹ ਸਾਨੂੰ ਟੇਸਟ ਦਿੰਦਾ ਆ, ਵੀ ਇੰਜੋਏ ਟੇਸਟ ਇਨ ਇਟ, ਬਟ ਐਟ ਦ ਸੇਮ ਟਾਈਮ we use this tongue to speak, to say, to describe, to express ourselves. ਜਿਹੜਾ ਇਹ ਚੀਜ਼ ਆ, ਇਹਦਾ ਵੀ ਸਿੱਧਾ ਇੰਪੈਕਟ ਸਾਡੀ ਪੂਰੇ ਪਰਸੋਨਾ 'ਤੇ ਪੂਰੀ ਸਾਡੀ ਮੈਂਟਲ ਐਬਿਲਿਟੀ 'ਤੇ, ਫਿਜ਼ੀਕਲ ਐਬਿਲਿਟੀ 'ਤੇ, ਸਾਰੇ 'ਤੇ ਪੈਂਦਾ ਆ। ਬੰਦਾ ਫਰਸਟ੍ਰੇਸ਼ਨ ਵਿੱਚ ਆ, ਅੰਡਰ ਦ ਇੰਪ੍ਰੈਸ਼ਨ ਆਫ ਐਂਗਰ ਆ, any kind of feeling, any kind of emotions, any kind of situation, how we can actually express it? We can express with the help of our tongue. ਇਹੀ ਇੱਕ ਚੀਜ਼ ਹੈ ਸਾਡੇ ਕੋਲ। ਜੀਭ ਹੀ ਹੈ ਜਿਹੜੀ ਇਹ ਦੱਸਦੀ ਹੈ ਮੈਂ ਖੁਸ਼ ਹਾਂ, ਮੈਂ ਦੁਖੀ ਹਾਂ, ਮੈਂ ਚੰਗਾ ਹਾਂ, ਮੈਂ ਮਾੜਾ ਹਾਂ, ਮੈਂ ਠੀਕ ਮਹਿਸੂਸ ਕਰਦਾ, ਮੈਂ ਨਹੀਂ ਕਰਦਾ। ਦੈਟ ਇਜ਼ ਓਨਲੀ ਆਊਟਲੈਟ ਵੀ ਹੈਵ। ਇਹਦੀ ਹੈਲਪ ਦੇ ਨਾਲ ਹੀ ਅਸੀਂ ਕੁਛ ਆਪਣੇ ਆਪ ਨੂੰ ਵੀ ਕਈ ਵਾਰੀ ਦੱਸਦੇ ਹਾਂ, ਬੋਲ ਕੇ, ਲਿਟਰਲੀ। Most of the time people speak out loud for themselves. ਤੇ ਅੱਜ ਕੱਲ੍ਹ ਮੈਂਟਲ ਹੈਲਥ 'ਚ ਇਹਦੀ ਬੜੀ ਐਕਸਰਸਾਈਜ਼ ਕਰਾਈ ਜਾਂਦੀ ਹੈ। ਸਿਮਰਨ ਇਹੀ ਹੈ। ਦੱਸਿਆ ਜਾਂਦਾ ਹੈ ਇੱਕ ਬੰਦਾ ਐਡਿਕਸ਼ਨ ਨਾਲ ਡੀਲ ਕਰ ਰਿਹਾ ਹੈ, ਅਤੇ ਲੋਕ ਉਹਨੂੰ ਕਹਿੰਦੇ ਨੇ ਇਹ ਐਡਿਕਟ ਆ, ਨਸ਼ੇੜੀ ਹੈ, ਐਂਡ ਐਟ ਦ ਸੇਮ ਟਾਈਮ ਉਸੇ ਬੰਦੇ ਨੂੰ ਸਿਖਾਇਆ ਜਾਂਦਾ, ਨੋ ਯੂ ਹੈਵ ਟੂ ਰਿਪੀਟ ਐਟਲੀਸਟ 20 ਟਾਈਮ, ਆਈ ਐਮ ਨੋਟ ਐਡਿਕਟ। ਮੈਂ ਨਸ਼ੇੜੀ ਨਹੀਂ ਹੈਗਾ, ਮੇਰਾ ਨਾਂ ਫਲਾਂ ਸਿੰਘ ਹੈ, ਮੇਰਾ ਨਾਂ ਫਲਾਂ ਹੈ, ਮੇਰਾ ਨਾਂ ਫਲਾਂ ਆ। ਆਪਣੇ ਆਪ ਨੂੰ ਦੱਸ, who you are. Who care what people are thinking about you? Who care what others are giving you titles? The main actually thing is what kind of personality, what kind of title you are giving to yourself. Speak up, speak out loud. ਰਸਨਾ ਆਇਆ। ਕੱਲਾ ਇਹ ਨਹੀਂ, ਫਿਰ ਹੋਰ ਬਹੁਤ ਸਾਰੀਆਂ ਗੱਲਾਂ ਨੇ। ਜਿਹੜੀ ਚੀਜ਼ ਤੁਹਾਡਾ ਮਨ ਨਹੀਂ ਸੁਣਦਾ, ਉਹ ਕਹਿੰਦੇ ਕੰਨਾਂ ਨੂੰ ਸੁਣਾਓ। ਕੰਨ ਤੇ ਮਨ ਜੁੜੇ ਨੇ ਆਪਸ ਵਿੱਚ। ਜੇ ਤੁਹਾਡੇ ਕੰਨ ਸੁਣਨ ਲੱਗ ਜਾਣਗੇ, ਮਨ ਵੀ ਸੁਣਨ ਲੱਗ ਜਾਏਗਾ।
If something is not going in your ear, then how can your conscious can be aware about it? So that is the actually first step. You have to speak out loud. You have to speak up. आप बोलो, आप दसो, आप अपने आप ਨੂੰ ਅਹਿਸਾਸੋ। ਤੇ ਬੰਦਾ ਕਹਿੰਦਾ ਗੱਲ ਤੇ ਠੀਕ ਹੈ, ਸੌਰੀ ਟੂ ਸੇ, ਹੈ ਨਾ। ਆਪਾਂ ਅਰਦਾਸ ਕਰਦੇ ਹਾਂ, ਜਦੋਂ ਸਾਡੀ ਅਰਦਾਸ ਵਿੱਚ ਸ਼ਮੂਲੀਅਤ ਹੁੰਦੀ ਹੈ, ਦੈਨ ਅਸੀਂ ਪੂਰੀ ਤਰ੍ਹਾਂ ਅਲਾਈਨ ਹੁੰਦੇ ਹਾਂ ਉਹਦੇ 'ਚ, ਉਹਨੇ ਥਾਟਸ ਦੇ ਨਾਲ। ਜਦੋਂ ਸਾਡੀ ਸ਼ਮੂਲੀਅਤ ਹੀ ਨਹੀਂ ਹੈਗੀ, when we don't have 100% presence when ardas is happening, that time you can see 200 people that are sitting in actually or standing in ardas, and when Bhai Sahib is saying okay ਦਸਾਂ ਪਾਤਸ਼ਾਹਾਂ ਦਾ ਧਿਆਨ ਧਰ ਕੇ, you know, ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ ਕੇ ਬੋਲੋ ਜੀ, and you cannot hear any voice except that Ardasiya Singh. Where are the whole congregation? ਕਿੱਧਰ ਗਏ ਸਾਰੇ? ਉਹ ਪ੍ਰੈਜ਼ੈਂਸ ਕਿੱਥੇ ਹੈ? ਹੈ ਹੀ ਨਹੀਂ। ਇਹਦਾ ਰੀਜ਼ਨ ਕੀ ਹੈ? ਕਿਉਂਕਿ ਬੰਦੇ ਦਾ ਆਪਣਾ ਆਪਾ ਰੈਡੀ ਨਹੀਂਗਾ ਟੂ ਪ੍ਰੋਨਾਊਂਸ, ਟੂ ਸੇ, ਟੂ ਇੰਜੋਏ, ਟੂ ਹੈਵ ਇਟ। ਇਹ ਹੈ ਆਪਣੇ ਆਪੇ ਵਿੱਚੋਂ ਰਸ ਲੈਣਾ। ਖਾਣਾ ਕੱਲਾ ਰਸ ਨਹੀਂਗਾ, ਪਾਣਾ ਕੱਲਾ ਰਸ ਨਹੀਂਗਾ। ਸਭ ਤੋਂ ਵੱਡਾ ਰਸ ਇੰਟਲੈਕਚੁਅਲ ਸਾਈਡ ਤੇ ਹੈ, ਬੌਧਿਕ ਸਾਈਡ ਤੇ ਹੈ। ਤੇ ਬੌਧਿਕ ਸਾਈਡ ਤੋਂ ਵੀ ਅਗਲਾ ਰਸ ਜਿਹੜਾ ਆ, ਜਿਹਨੂੰ ਐਕਸੀਟੇਸੀ ਦੇ ਕਿਹਾ ਜਾਂਦਾ, ਜਿਹੜਾ ਉਸ ਤੋਂ ਵੀ ਹਾਇਰ ਲੈਵਲ ਤੇ ਕਿਹਾ ਜਾਂਦਾ ਹੈਗਾ, ਉਹ ਤੁਹਾਡੀ ਸਪਿਰਿਚੁਅਲ ਅੰਗੇਜਮੈਂਟ ਦਾ। ਡੂ ਐਨੀਥਿੰਗ। ਲੋਕੀ ਰਿਚੁਅਲਸ ਕਰਕੇ ਸਪਿਰਿਚੁਅਲ ਟੇਸਟ ਲੈਂਦੇ ਨੇ, ਸਪਿਰਿਚੁਅਲ ਇੰਜੋਇਮੈਂਟ ਲੈਂਦੇ ਨੇ। ਬਾਬਾ ਜੀ ਨੇ ਉਹ ਸਾਰਿਆਂ ਤੋਂ ਬਾਹਰ ਕੱਢ ਕੇ ਕਿਹਾ, ਆਹ ਕਿਉਂ ਨਹੀਂ ਕਰਦਾ? ਗਾ ਕੇ ਰਸ ਲੈ, ਬੋਲ ਕੇ ਰਸ ਲੈ, ਪਾਠ ਪੜ੍ਹ ਕੇ ਰਸ ਇੰਜੋਏ ਕਰ। ਇਹ ਹੈ ਸਾਡੇ ਘਰ ਦਾ ਅੰਮ੍ਰਿਤ ਪੀਣਾ, ਬਾਣੀ ਪੜ੍ਹਨਾ, ਅਹਿਸਾਸਨਾ, ਗਾਉਣਾ, ਅਲਾਪਣਾ, ਉਸ ਲੈਵਲ ਤੇ ਜਿੱਥੇ ਕੰਨ ਸੁਣ ਰਹੇ ਨੇ, ਮਨ ਸੁਣ ਰਿਹਾ, ਤੇ ਅੰਦਰ ਐਸੀ ਸੁਰਤਿਆਬਤਾ ਹੋ ਰਹੀ ਹੈ, ਲਾਈਕ ਜਿਵੇਂ ਝਰਨਾ ਫੁੱਟ ਰਿਹਾ ਹੁੰਦਾ ਹੈਗਾ। Until we won't experience it, these things doesn't have any meaning for us, sorry to say. Once we start exercising it, then definitely we can get at a level where Guru Amar Das Sahib is telling these banis, and Maharaj saying कि देख बंदे, ਜਦੋਂ ਤੂੰ ਉਸ ਲੈਵਲ ਤੇ ਆਏਗਾ ਤੇ ਫਿਰ ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਜੇ ਹਰ ਗੁਣ ਗਾਵਣਿਆ, ਸਹਜੇ ਹਰ ਗੁਣ ਗਾਵਣਿਆ। ਆਪਣੇ ਆਪ ਸਹਿਜ ਸੁਭਾਏ, ਨੈਚੁਰਲੀ। ਤੁਸੀਂ ਇੱਕ ਬੰਦੇ ਨੂੰ ਮਾੜਾ ਜਿਹਾ ਪੋਕ ਕਰੋ, ਉਹਨੂੰ ਕਿਸੇ ਲੈਵਲ ਤੇ, ਇਨ ਐਕਚੁਅਲੀ ਇਨ ਗੁੱਡ ਸੈਂਸ ਔਰ ਬੈਡ ਸੈਂਸ ਔਰ ਇਨ ਐਕਚੁਅਲੀ ਇਨ ਐਨੀ ਮੈਨਰਸ, ਬੰਦਾ ਬੋਲਦਾ ਆ। ਜਦੋਂ ਬੋਲਦਾ ਆ ਸਹਿਜ ਸੁਭਾਏ, ਤੇ ਪਤਾ ਲੱਗਦਾ ਬੰਦੇ ਦੀ ਸਟੇਟ ਆਫ ਮਾਈਂਡ ਕੀ ਹੈ, ਉਹਦੇ ਮੈਨਰਸ ਕੀ ਨੇ, ਉਹਦਾ ਬਿਹੇਵੀਅਰ ਕੀ ਹੈਗਾ, ਉਹਦੀ ਐਕਚੁਅਲ ਲੈਵਲ ਤੇ ਗੁਫਤਾਰ ਕੀ ਆ, ਉਹਦੀ ਜਿਹੜੀ ਉਹਦੀ ਪਰਸਨੈਲਿਟੀ ਦਾ ਵੱਡਾ ਹਿੱਸਾ ਆ। ਤੇ ਜਦੋਂ ਬੰਦਾ ਬੋਲੇ, ਮੂੰਹ ਖੋਲਦਾ ਆ। ਬਾਈ ਚਾਂਸ ਅੱਜ ਹੀ ਮੈਨੂੰ ਕਿਸੇ ਨੇ ਸੁਜੈਸਟ ਕੀਤਾ, ਨਾ ਵਾਜ਼ ਰੀਡਿੰਗ ਬਲੂ ਜੋਨਸ, ਇੱਕ ਕਿਤਾਬ 'ਚ ਸਟੱਡੀ ਜਿਓਗ੍ਰਾਫੀਕਲ ਚੈਨਲਸ ਦੇ ਨਾਲ ਰਲ ਕੇ ਬੜੇ ਵੱਡੇ ਇੱਕ ਸਕਾਲਰ ਨੇ ਕੀਤੀ ਸੀਗੀ। ਤੇ ਉਹਦੇ 'ਚ ਉਹਨਾਂ ਨੇ ਕੁਛ ਲੱਭਿਆ ਕਿ ਖੁਸ਼ੀ ਕੀ ਹੁੰਦੀ ਹੈ, ਤੇ ਧਰਤੀ ਤੇ ਕਿਹੜੇ ਖਿੱਤੇ ਦੇ ਲੋਕ ਸਭ ਤੋਂ ਖੁਸ਼ ਨੇ। ਇਹਦੇ ਬਾਰੇ ਉਹਨਾਂ ਨੇ ਬੜੀ ਲੌਂਗਟੀਟਿਊਡ ਸਟੱਡੀ ਕੀਤੀ, ਫਿਰ ਇਲਾਕੇ ਪੁਆਇੰਟ ਆਊਟ ਕੀਤੇ, ਉਹਨਾਂ ਦੀਆਂ ਹੈਬਿਟਸ, ਬਹੁਤ ਕੁਝ ਦੱਸਿਆ। ਬੜਾ ਕੁਝ ਉਹਦੇ 'ਚ ਜਿਹੜਾ ਹੈਗਾ ਕਮਾਲ ਦਾ ਹੈਗਾ, ਸਟੱਡੀਜ਼ ਵਿੱਚ ਆਇਆ ਜਿਹੜਾ। ਤੇ ਉਹਦੇ 'ਚ ਵੀ ਜ਼ਿਕਰ ਆਇਆ ਜਿਹੜਾ ਅਸੀਂ ਬਿਆਨ ਕਰਦੇ ਹੈਗੇ ਆ ਕਿ ਜਿੱਥੇ ਲੋਕ ਚੀਜ਼ਾਂ ਨੂੰ ਇੱਕ ਲੈਵਲ ਤੇ ਪਰਸੀਵ ਕਰਦੇ ਨੇ, ਤੇ ਪਰਸੀਵ ਕਰਕੇ ਜਦੋਂ ਉਹਨੂੰ ਐਕਸਪਲੇਨ ਕਰਦੇ ਨੇ, ਜਦੋਂ ਉਹਨੂੰ ਬੋਲਦੇ ਨੇ, ਤੇ ਉਹ ਵਰਡਸ ਯੂਜ਼ ਕਰਨਗੇ ਬੈਡ, ਡਮ, ਡਿਪਰੈਸਡ, ਨੋਟ ਗੁੱਡ। ਇਹੋ ਜਿਹੇ ਵਰਡਸ ਜਦੋਂ ਪਿਕ ਕੀਤੇ ਜਾਂਦੇ ਨੇ ਲੈਂਗੁਏਜ ਦੇ ਵਿੱਚੋਂ, ਉੱਥੋਂ ਆਈਡੀਆ ਲੱਗਦਾ ਹੈ ਵੱਡੇ ਲੈਵਲ ਤੇ ਲੋਕ ਅਨਹੈਪੀ ਨੇ।
and their whole lifestyle, their families, their surrounding, all these actually components are speaking, are actually telling, yes, it's happening over here. ਇਹ ਇਕੱਲਾ ਬੈਡ ਨਹੀਂਗਾ, ਇਕੱਲਾ ਡਿਪਰੈਸਡ ਨਹੀਂ ਹੈਗਾ, ਇਕੱਲਾ ਇਹ ਵਰਡ ਨਹੀਂ ਯੂਜ਼ ਕੀਤਾ ਜਾ ਰਿਹਾ, ਇਹਦਾ ਮੀਨ ਵੀ ਇਹੀ ਹੈ, ਇਹਦੇ ਮਾਇਨੇ ਵੀ ਇਹੀ ਨੇ। ਸਹਿਜ ਸੁਭਾਅ ਨੈਚੁਰਲੀ ਜਦੋਂ ਆ ਰਹੀ ਅੰਦਰ ਚੀਜ਼, ਕੋਈ ਬੰਦਾ ਪੁੱਛਦਾ ਹੈ ਕਿੱਦਾਂ ਆ, ਵਾਹ ਜੀ ਦਿਨ ਨਿਕਲ ਗਿਆ ਅੱਜ ਤੇ, ਕਿੱਦਾਂ ਆ, ਕੋਈ ਹਾਲ ਨਹੀਂਗਾ, ਖੁਸ਼ ਨਹੀਂ ਹੈਗਾ, ਪਰੇਸ਼ਾਨ ਆ, ਕੀ ਹਾਲ ਆ, ਠੀਕ ਨਹੀਂ ਹੈਗਾ, ਮੀਨ ਸਹਿਜ ਸੁਭਾਅ ਕੁਛ ਚੱਲ ਰਿਹਾ ਹੈ। ਥੋੜਾ ਹੋਰ ਬੰਦਾ ਕੁਰੇਦਾ, ਹਾਊਸ ਵਰਕ, ਓ ਇਟਸ ਹੈਲ, I cannot tell you. Oh really? ਹਾਂਜੀ, how's family? They are all actually for their own means and their own actually all selfish. I cannot explain. Oh, mean ਸਹਿਜ ਸੁਭਾਅ ਚੀਜ਼ਾਂ ਆ ਰਹੀਆਂ ਅੰਦਰੋਂ। ਇਹੋ ਜਿਹੇ ਬੰਦੇ ਨੂੰ ਕਹੋ, okay let's go ਗੁਰਦੁਆਰਾ, for what? I don't feel like to go. ਹੁਣ ਇਹ ਕੀ ਹੈ? ਸਹਿਜ ਸੁਭਾਅ ਆ ਰਿਹਾ। ਇਹੋ ਜਿਹੇ ਬੰਦੇ ਨੂੰ ਕਹੋ, why don't you do some ਗੁਰਬਾਣੀ ਪਾਠ or ਗੁਰਬਾਣੀ reciting? For what? I don't want to do it. ਹੁਣ ਉਹਨੂੰ ਅੰਮ੍ਰਿਤ, ਉਹਨੂੰ ਰਸ, ਉਹਨੂੰ ਇਹ ਚੀਜ਼ਾਂ ਦਾ ਕੀ ਐਸਾ? ਸਹਿਜ ਸੁਭਾਅ ਹੈ। ਫਿਰ ਇਹ ਵੀ ਚੀਜ਼ ਹੈ, ਪੜ੍ਹ ਕੇ, ਬੋਲ ਕੇ, ਸਮਝ ਕੇ ਕਿਤੇ ਐਸਾ ਲੈਵਲ ਆ ਗਿਆ, ਫਿਰ ਬੰਦੇ ਨੂੰ ਕੋਈ ਆ ਕੇ ਕੁਰੇਦਦਾ ਆ, how are you? Good, nice, fine, fabulous. How's family? They are doing very good. Even though they don't like me, but it's okay. Even though they are very actually angry toward me because I'm showing some kind of discipline in family, I'm asking a lot of things, but I'm happy, they are good, they're doing good. In that way we are perceiving on a different level. So this is, ਇਹ ਹੈ ਸਹਿਜੇ ਗੁਣ ਗਾਵਣੇ, ਇਹ ਆਪਣੇ ਆਪ ਵਿੱਚ ਗੁਣਾਤਮਕ ਪੱਖ ਆ ਰਿਹਾ। ਤੇ ਤੁਸੀਂ ਜਦੋਂ ਇਸ ਲੈਵਲ ਦੀ ਸੋਚ, ਇਸ ਲੈਵਲ ਦੀ ਸਾਈਕੀ ਦੇ ਨਾਲ ਅੱਗੇ ਵਧੋਗੇ, ਚੀਜ਼ਾਂ ਉਸੇ ਡਾਇਰੈਕਸ਼ਨ ਜਾਣੀਆਂ ਸ਼ੁਰੂ ਹੋ ਜਾਣਗੀਆਂ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਸਹਿਜੇ ਹਰ ਗੁਣ ਗਾਵਣੇ ਰਹਾਓ। ਹੁਣ ਕੁਝ ਅਗਲੇ ਬੰਦ ਵਿਚਾਰ ਲਈ ਸਮਾਂ ਜਾ ਰਿਹਾ। ਅੰਮ੍ਰਿਤ ਵਰਸੈ ਸਹਿਜ ਸੁਭਾਏ। ਮੈਂ ਮਾਫੀ ਮੰਗਾਂਗਾ ਕਿ ਕਈ ਵਾਰ ਸ਼ਬਦਾਂ ਨੂੰ ਬੜੇ ਸੁਪਰਫਿਸ਼ੀਅਲ ਵੇ ਦੇ ਨਾਲ ਇੰਟਰਪ੍ਰੀਟ ਕਰ ਲੈਂਦੇ ਅਸੀਂ ਸਾਰੇ। ਅੰਮ੍ਰਿਤ ਵਰਸੈ ਸਹਿਜ ਸੁਭਾਏ। ਸਾਡਾ ਜਿਹੜਾ ਬ੍ਰੇਨ ਦਾ ਸਾਰੇ ਦਾ ਸਾਰਾ ਸਾਡੇ ਨਾਲ, ਸਾਡੀ ਬਾਡੀ ਨਾਲ ਰਿਲੇਸ਼ਨਸ਼ਿਪ ਹੈਗੀ ਹੈ। ਵੈਸੇ ਸਾਰੀ ਬਾਡੀ ਆਕਸੀਜਨ 'ਤੇ ਚੱਲਦੀ ਹੈ, ਪਰ ਬ੍ਰੇਨ ਨੂੰ ਇੱਕ ਸਰਟਨ ਲੈਵਲ ਤੱਕ ਆਕਸੀਜਨ ਨਹੀਂ ਮਿਲੇਗੀ ਤੇ ਉਸ ਆਕਸੀਜਨ ਨੂੰ ਨਾ ਪ੍ਰਾਪਤ ਕਰਦਿਆਂ ਹੋਇਆਂ ਬ੍ਰੇਨ ਸ਼ਟ ਡਾਊਨ ਹੋ ਜਾਏਗਾ। ਤੇ ਇੱਕ ਲੈਵਲ 'ਤੇ ਐਸਾ ਵੀ ਆਉਂਦਾ ਕਿ ਬ੍ਰੇਨ ਸਰਵਾਈਵਲ ਮੂਡ ਚਲਾ ਜਾਂਦਾ, ਤੁਹਾਨੂੰ ਕੋਮਾ 'ਚ ਲੈ ਜਾਂਦਾ, ਬਾਕੀ ਸਾਰੀ ਬਾਡੀ ਨੂੰ ਸ਼ਟ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਚਾਉਂਦਾ ਆ। ਜਦੋਂ ਬੰਦਾ ਇੱਕਦਮ ਨਾ ਨੌਕ ਆਊਟ ਹੋ ਜਾਂਦਾ, ਵੀ ਇਹਨੂੰ ਕੀ ਹੋਇਆ, ਬੇਹੋਸ਼ ਕਿਉਂ ਹੋ ਗਿਆ, ਉਹ ਸਾਰੀ ਬਾਡੀ ਨੂੰ ਮੂਡ 'ਚ ਪਾ ਦਿੰਦਾ ਵੀ ਹੁਣ ਜਿੰਨੀ ਕੁ ਆਕਸੀਜਨ, ਜਿੰਨੀ ਐਨਰਜੀ ਹੈ ਮੈਂ ਯੂਜ਼ ਕਰਕੇ, ਤਾਂ ਕਿ ਮੈਂ ਬਚਿਆ ਰਿਹਾ ਤੇ ਬਾਕੀ ਬਚਣਗੇ ਹੌਲੀ ਹੌਲੀ ਕਰਕੇ। ਦੈਨ ਆਈ ਵਿਲ ਐਕਚੁਅਲੀ ਗਿਵ ਦੈਮ ਅਗੇਨ ਲਾਈਫ ਉਸ ਰੂਪ ਦੇ ਵਿੱਚ। ਸੋ ਇਹਦੇ ਅੰਦਰ ਇਹਦੀਆਂ ਕਈ ਡਾਇਮੈਂਸ਼ਨਸ ਨੇ। ਬਾਇਓਲੋਜੀਕਲ ਤੇ ਬੜੀ ਸਟੱਡੀ ਆਈ ਇਹਦੇ 'ਤੇ, ਜਿਹੜਾ ਖਾਸ ਕਰਕੇ ਸਾਡੇ ਬਰੀਥਿੰਗ ਪੈਟਰਨ ਦੇ ਉੱਤੇ ਬਹੁਤ ਜ਼ਿਆਦਾ ਐਮਫਸਾਈਜ਼ ਕਰਕੇ ਸੂਫੀ ਕਰਦੇ ਰਹੇ, ਹੋਰ ਬਹੁਤ ਸਾਰੇ ਜਿਹੜਾ ਹੈਗਾ ਇੰਡੀਆ ਦੇ ਵਿੱਚ ਪੁਰਾਣੇ ਬੈਰਾਗੀ ਮੱਤ ਵਿੱਚ ਵੀ ਚੀਜ਼ਾਂ ਰਹੀਆਂ ਅਤੇ ਯੋਗਿਕ ਸਿਸਟਮ ਵਿੱਚ ਵੀ ਚੀਜ਼ਾਂ ਹੈਗੀਆਂ ਨੇ। ਬਰੀਥਿੰਗ ਪੈਟਰਨ ਦੇ ਉੱਤੇ ਬਹੁਤ ਫੋਕਸ ਕਰਨਾ ਅਤੇ ਉਹਨੂੰ ਫੋਲੋ ਕਰਨਾ, ਉਹ 'ਤੇ ਐਮਫਸਾਈਜ਼ ਕਰਨਾ, ਅਤੇ ਕਈ ਵਾਰੀ ਅੱਖਰ ਅਭਿਆਸ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਤਲਬ ਉਹਦੇ ਅੰਦਰ ਆਪਣੇ ਆਪ ਨੂੰ ਇਨਵੋਲਵ ਕਰ ਲੈਣਾ। ਅਤੇ ਕਈ ਵਾਰ ਇਹ ਹੁੰਦਾ ਕਿ ਤੁਹਾਡਾ ਬਰੀਥਿੰਗ ਪੈਟਰਨ ਡਿਸਟਰੈਕਟ ਹੋ ਜਾਂਦਾ ਹੈ, ਲਗਾਤਾਰ ਕਰਦਿਆਂ ਡਿਸਟਰੈਕਸ਼ਨ ਜਿਹੜੀ ਹੈ ਉਹ ਇਸ ਲੈਵਲ 'ਤੇ ਲੈ ਹੁੰਦੀ ਕਿ ਤੁਸੀਂ ਆਕਸੀਜਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ। ਬੰਦੇ ਨੂੰ ਅੰਦਰ ਦੀ ਦੁਨੀਆ ਦੇ 'ਚ ਇੱਕ ਮਦਹੋਸ਼ੀ ਆਉਣੀ ਸ਼ੁਰੂ ਹੋ ਜਾਂਦੀ। ਮਦਹੋਸ਼ੀ ਮੀਨ ਬੇਹੋਸ਼ੀ ਦਾ ਆਲਮ ਬਣ ਰਿਹਾ ਹੁਣ, ਅਤੇ ਉਹ ਲਗਾਤਾਰ ਉਹਦੇ 'ਚ ਇਨਵੋਲਵ ਹੈ ਲਗਾਤਾਰ। ਫਿਰ ਉਹ ਕਹਿੰਦੇ ਜਿਹੜਾ ਸਮਾਧੀ ਦਾ ਜਿਹੜੀ ਸਮਾਧੀ ਦੀ ਕਹਿੰਦੇ ਨੇ ਕਿ ਬੜੀ ਇੰਟੈਂਸ ਸਟੇਜ ਬਣਦੀ ਹੈ, ਉਹ 90 ਡਿਗਰੀ ਦੇ ਕੋਣ 'ਤੇ ਇਸ ਤਰੀਕੇ ਨਾਲ
ਜਿਹੜੀ ਹੈ ਸਾਡੀ ਜਿਹੜੀ ਸਪਾਈਨਲ ਕੋਡ ਹੁੰਦੀ, ਜਿਹੜਾ ਸਾਡੀ ਰੀੜ ਦੀ ਹੱਡੀ ਐਵੇਂ ਨਹੀਂ ਹੁੰਦੀ, 45 ਤੇ ਹੁੰਦੀ ਐਵੇਂ ਇਸ ਤਰੀਕੇ ਨਾਲ ਅੱਗੇ ਨੂੰ। ਬੰਦਾ ਅੱਧਾ ਬੇਹੋਸ਼ ਹੋ ਚੁੱਕਾ ਹੈ ਤੇ ਉਹਦੇ ਵਿੱਚ ਫਿਰ ਉਹਨੂੰ ਇੱਕ ਅੰਦਰ ਦੀ ਦੁਨੀਆ ਦੇ 'ਚ ਇੱਕ ਅਜੀਬ ਤਰ੍ਹਾਂ ਦੀ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਨਸ਼ੇ ਦੀ ਦੁਨੀਆ 'ਚ ਵੀ ਹੈਗੀ ਹੈ। ਜਿਹੜੇ ਲੋਕ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ ਤੇ ਇੱਕ ਲੈਵਲ ਐਸਾ ਹੁੰਦਾ ਕਿ ਜਿਹੜਾ ਬ੍ਰੇਨ ਆ ਉਹ ਨਸ਼ੇ ਦੇ ਉੱਤੇ ਜਿਹੜਾ ਹੈਗਾ ਇਤਨਾ ਉਹਦੀ ਟੋਲਰੈਂਸ ਲੈਵਲ ਇਤਨਾ ਵੱਧ ਜਾਂਦਾ, ਇਤਨਾ ਜ਼ਿਆਦਾ ਟੋਲਰੇਟ ਕਰ ਲੈਂਦਾ ਉਹ ਫਿਰ ਉਸ ਲੈਵਲ ਤੇ ਬੇਹੋਸ਼ ਨਹੀਂ ਹੁੰਦਾ, ਉਸ ਲੈਵਲ ਤੇ ਉਹਨੂੰ ਮਸਤੀ ਨਹੀਂ ਚੜ੍ਹਦੀ। ਫਿਰ ਕਈ ਵਾਰੀ ਇੰਨਾ ਐਕਸਟ੍ਰੀਮ ਇੰਟੌਕਸੀਕੇਸ਼ਨ 'ਚ ਚਲੇ ਜਾਂਦੇ ਨੇ ਕਿ ਹੁਣ ਉਹਨਾਂ ਨੂੰ ਨਸ਼ਾ ਉਹ ਡੋਪਾਮਾਈਨ ਰਿਲੀਜ਼ ਹੋਣ ਕਰਕੇ ਜਾਂ ਯੂਫੋਰੀਆ ਫੀਲ ਹੋਣ ਕਰਕੇ ਨਹੀਂ ਹੁੰਦਾ, ਬੇਹੋਸ਼ ਹੋ ਕੇ ਹੁੰਦਾ ਹੈ। ਇਸ ਸਟੇਜ ਦੇ ਵਿੱਚ ਬਹੁਤ ਦੁਨੀਆ ਦਾ ਨਾਮਵਰ ਨਾਚਾ ਡਾਂਸਰ ਮਾਈਕਲ ਜੈਕਸਨ, ਉਹਦੀ ਮੌਤ ਹੋਈ ਸੀ ਇਨ ਦੈਟ ਸਟੇਜ। ਉਹ ਡਾਕਟਰ ਦਾ ਬਾਅਦ 'ਚ ਲਾਇਸੈਂਸ ਵੀ ਸ਼ਾਇਦ ਮਿਲ ਗਿਆ ਹੁਣ ਤੇ ਵਾਪਸ ਸਾਰਾ ਕੁਛ, ਕਿਉਂਕਿ ਉਹ ਸਾਰਾ ਉਹਨੇ ਰਿਵੀਲ ਕੀਤਾ ਕਿ ਆਈ ਵਾਜ਼ ਟੈਲਿੰਗ ਹਿਮ that don't take that much drug, but he was insisting me to give me and that level because ਉਹਨੂੰ ਉਹ ਫੀਲ ਨਹੀਂ ਸੀ ਹੋ ਰਿਹਾ, ਉਸ ਲੈਵਲ ਤੇ ਉਸ ਚਲਾ ਗਿਆ। ਸੋ ਇਸ ਨੂੰ ਚੀਜ਼ ਨੂੰ ਵੀ ਕਈ ਵਾਰ ਲੋਕਾਂ ਨੇ ਇੱਕ ਰਸ ਨਾਲ ਜੋੜਿਆ ਕਿ ਇੱਕ ਉਹ ਤੇ ਇੱਕ ਨਸ਼ੇ ਕਰਕੇ ਹੁੰਦਾ। ਜੋਗੀ ਨਸ਼ਾ ਵੀ ਪੀਂਦੇ ਰਹੇ ਸਾਰੇ ਦੇ ਬਾਬਤ, ਪਰ ਜਿਹੜੇ ਲੋਕ ਬਹੁਤ ਜ਼ਿਆਦਾ ਮੈਡੀਟੇਸ਼ਨ ਦੇ ਉਸ ਐਕਸਰਸਾਈਜ਼ ਨੂੰ, ਉਸ ਕੰਪੋਨੈਂਟ ਨੂੰ ਅਡਾਪਟ ਕਰ ਲੈਂਦੇ ਨੇ। ਸਾਡੇ ਘਰ ਵਿੱਚ ਵੀ ਇਹੋ ਜਿਹੇ ਲੋਕ ਤੁਹਾਨੂੰ ਮਿਲ ਜਾਣਗੇ। People who are saying in that level just ਫਿਰ ਇੱਕ ਰਸ ਡਿੱਗਣਾ ਸ਼ੁਰੂ ਹੋ ਜਾਂਦਾ ਅੰਦਰ, ਇਸ ਕਿਸਮ ਦੀਆਂ ਗੱਲਾਂ ਕਰਦੇ ਨੇ। ਇਹ ਤੇ ਜੋਗੀ ਹਜ਼ਾਰਾਂ ਸਾਲ ਤੋਂ ਕਰ ਰਹੇ ਸੀਗੇ। ਗੁਰੂ ਬਾਬਾ ਜੀ ਨੇ ਇਸ ਰਸ ਨੂੰ ਪ੍ਰਮੋਟ ਨਹੀਂ ਕੀਤਾ, ਨਾ ਉਹਨਾਂ ਇਸ ਰਸ ਦੀ ਬਾਤ ਕੀਤੀ ਹੈ। ਇਹ ਤੇ ਜੀਵਨ ਦਾ ਰਸ ਆ। When we exercise compassion, when we exercise selfless state of mind, when we exercise some kind of human virtues, after exercising it, the result, the feeling we get, that give us some kind of higher level of humanity. ਉੱਥੇ ਜਾ ਕੇ ਦੈਵੀ ਗੁਣ ਫੀਲ ਹੁੰਦੇ ਬੰਦੇ ਨੂੰ। ਇਹ ਅੰਮ੍ਰਿਤ ਹੈ, ਇੱਕ ਐਸਾ ਰਸ ਜਿਹੜਾ ਹੋਰ ਕਿਸੇ ਤਰੀਕੇ ਨਾਲ ਨਹੀਂ ਮਾਣਿਆ ਜਾ ਸਕਦਾ। ਇਹ ਜੀਵਨ 'ਚ ਸੇਵਾ, ਇਹ ਕਰਮ ਕਰਕੇ ਹੀ ਹੋ ਸਕਦਾ ਆ। ਗੁਰੂ ਬਾਬਾ ਜੀ ਨੇ ਕਿਹਾ ਅੰਮ੍ਰਿਤ ਵਰਸੈ ਸਹਿਜ ਸੁਭਾਏ, ਫਿਰ ਇਹ ਵਰਸਦਾ ਸਹਿਜ ਸੁਭਾਏ, ਕਿਉਂਕਿ ਜੀਵਨ ਉਸ ਪਾਸੇ ਨੂੰ ਵੱਧ ਰਿਹਾ, ਹੁਣ ਆਪਣੇ ਆਪ ਆ ਰਿਹਾ ਹੈਗਾ। ਇਹ ਸਿਰਫ ਅੰਦਰ ਦੀ ਉਸ ਕੱਲੀ ਇੱਕ ਖੇਡ ਦੀ ਗੱਲ ਨਹੀਂ ਹੋ ਰਹੀ ਜਿਹੜੀ ਉਹ ਜੋਗੀ ਵਗੈਰਾ ਕਰਿਆ ਕਰਦੇ ਸੀਗੇ। ਅਗਲਾ ਬਚਨ ਆ ਰਿਹਾ ਤੇ ਗੁਰਮੁਖ ਵਿਰਲਾ ਕੋਈ ਜਨ ਪਾਏ। ਕੋਈ ਗੁਰੂ ਵੱਲ ਧਿਆਨ ਕਰਕੇ ਵਿਰਲਾ ਪਾਉਂਦਾ ਆ। ਮੋਸਟਲੀ ਤੇ ਅਸੀਂ believer ਹੁੰਨੇ ਆ and somehow we try to exercise few things from our religious beliefs, but still we are not getting at that level where whatever our writings are telling us, we can feel, we can enjoy and we can see the results. ਜਿਹਨੂੰ ਸਾਹਿਬ ਬਾਣੀ ਨੇ ਕਿਹਾ ਹੈਣ ਵਿਰਲੇ ਨਾਹੀਂ ਕਣੇ, there are few who come on that level. And we pray to our Vaheguru, Vaheguru, please count us in those actually blessed ones. Please count us in those who have actually that kind of enjoyment. But Maharaj is saying, Gurumukh virla koi jan paye, amrit pi sada triptase, complete satisfaction. ਇੱਕ ਐਸੀ ਜਿਹਨੂੰ ਅਸੀਂ ਕੰਟੈਂਟਮੈਂਟ ਦਾ ਹਾਇਰ ਲੈਵਲ ਕਹਿੰਦੇ ਹੈਗੇ ਆ, ਸੰਤੋਖ ਦਾ ਰੰਗ ਆ ਜਾਏ। ਗੁਰ ਸ਼ਬਦ ਪੜ੍ਹੋਗੇ ਤੁਸੀਂ, ਬੰਦਾ ਕਹਿੰਦਾ ਹੈ ਤੈਨੂੰ ਰੱਬ ਮਿਲ ਜੇ, ਤੈਨੂੰ ਗੁਰੂ ਮਿਲ ਜੇ, ਤੈਨੂੰ ਬਲੈਸਡ ਵਨ ਮਿਲ ਜੇ, ਤੇ ਉਹ ਆ ਕੇ ਤੈਨੂੰ ਕਹੇ ਵਟਸ ਯੂਰ ਵਿਸ਼, ਆਈ ਵਾਂਟ ਟੂ ਫੁਲਫਿਲ ਇਟ, ਪਲੀਜ਼ ਟੈਲ ਮੀ। ਸੋ ਵਟ ਵੁੱਡ ਬੀ ਯੂਰ ਵਿਸ਼? People have different kind of wishes. They're gonna say, I will wish this, I will actually ask this, I'm seeking for this kind of actually achievement in my life, so that way I can fulfill it. But if we ask Guru Granth Sahib toward our Banikar, so why not you help us? Please tell us
what kind of wish I should actually present. If anybody is asking us, I will fulfill your wish. So what would be that wish? Baba ji da bachan hai, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ. I will wish only one thing, complete contentment, nothing else. ਦਾਤਾ ਮਨ ਦੀ ਭੁੱਖ ਲੈ ਜਾਏ, ਕਿਉਂਕਿ ਜੋ ਵੀ ਮਿਲੇਗਾ, ਜੋ ਵੀ ਪ੍ਰਾਪਤ ਹੋਏਗਾ, ਜਿੰਨੀ ਦੇਰ ਤੱਕ ਉਹ ਸੰਤੋਖ ਨਹੀਂ ਪ੍ਰਾਪਤ ਹੁੰਦਾ, ਉਹ ਸਫੀਸ਼ੀਐਂਟ ਨਹੀਂ ਹੋਏਗਾ ਮੇਰੇ ਵਾਸਤੇ. ਸੋ ਇਹ ਜਿਹੜੀ ਇਹ ਲੈਵਲ ਆ, ਇਹਦਾ ਮਤਲਬ ਇਹ ਨਹੀਂ ਸੰਸਾਰ ਛੱਡ ਦੇਣਾ, ਭੱਜ ਜਾਣਾ, ਨਾ ਨਾ ਨਾ, ਇਹਦੇ 'ਚ ਰਹਿਣਾ ਆ, ਪਰ ਇਤਨੇ ਇਸ ਸੋਚ ਨਾਲ ਰਹਿਣਾ, ਇਤਨੇ ਵਾਈਜ਼ ਲੈਵਲ ਤੇ ਆ ਜਾਣਾ ਆ ਕਿ ਕੋਈ ਚੀਜ਼ ਹੁਣ ਤੰਗ ਹੀ ਨਹੀਂ ਕਰਦੀ, ਦੁੱਖ ਹੀ ਨਹੀਂ ਦਿੰਦੀ. ਬੰਦਾ ਇਹ ਬੜਾ ਹਾਇਰ ਲੈਵਲ ਬਾਤ ਕਰ ਰਹੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੀ ਸਦਾ ਤ੍ਰਿਪਤਾਸੇ, ਜਿਨ੍ਹਾਂ ਨੇ ਇਸ ਚੀਜ਼ ਨੂੰ ਪੀ ਲਿਆ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ. ਤ੍ਰਿਸ਼ਨਾ ਕੀ ਹੈ? I'm living in a house, I'm driving a car, I have a job, I have a family, but all these things are not giving me happiness. Why? What's wrong with it? The wrong thing would be because someone else is enjoying little bit actually bigger house compared to me. Someone else is actually driving very actually you can say expensive car comparatively actually my car. So ਆ ਜਿਹੜੀ ਚੀਜ਼ ਆ, ਇੱਕ ਈਰਖਾ ਦਾ, ਦੁਆਖ ਦਾ ਰੰਗ ਜਿਹੜਾ ਆ, ਇਹ ਲਿਆਏਗੀ ਤ੍ਰਿਸ਼ਨਾ, ਇੱਥੋਂ ਪੈਦਾ ਹੁੰਦੀ ਹੈ. ਬੰਦਾ ਆਪ ਆਪਣੇ ਕਰਕੇ ਦੁਖੀ ਨਹੀਂ ਹੈਗਾ. ਉਹ ਜਦੋਂ ਕੰਪੇਅਰ ਕਰਦਾ ਹੈ ਵੀ ਆਪਾਂ 4 ਫਰੈਂਡਸ ਇਕੱਠੇ ਆਏ ਸੀ ਕੈਨੇਡਾ, ਮੈਂ ਇੱਥੇ ਰਹਿ ਗਿਆ, ਦੂਜੇ 3 ਅੱਗੇ ਲੰਘੇ ਨਾ, ਓ ਮਾਈ ਗॉश ਆਮ ਟੋਟਲੀ ਲੈਕਿੰਗ ਏਅਰ. ਹਾਲਾਂਕਿ ਗੱਲ ਇਹ ਹੈ, ਲੈਕ ਤੇ ਕੁਛ ਵੀ ਨਹੀਂ ਹੈਗਾ, ਪਰ ਬੰਦੇ ਦੀ ਹਾਲਤ ਹੈ, ਉਹਦੇ ਨਾਲ ਹੀ ਬੰਦੇ ਨੂੰ ਨੀਂਦ ਨਹੀਂ ਆ ਰਹੀ, ਉਹਦੇ ਨਾਲ ਹੀ ਬੰਦੇ ਨੂੰ ਸੁੱਖ ਚੈਨ ਨਹੀਂ ਆ ਰਿਹਾ, ਜੋ ਹੈ ਉਹਨੂੰ ਇੰਜੋਏ ਨਹੀਂ ਕਰ ਪਾ ਰਿਹਾ, ਫਿਰ ਅਖੀਰ ਅਜੀਬ ਜੀ ਹਾਲਤ ਆ. ਆਹ ਚੀਜ਼ ਆ. ਕੋਈ ਬਾਹਰੋਂ ਤੁਹਾਡਾ ਪੀਸ ਆਫ ਮਾਈਂਡ ਖੋ ਨਹੀਂ ਸਕਦਾ, ਕੋਈ ਬਾਹਰੋਂ ਤੁਹਾਨੂੰ ਤੰਗ ਵੀ ਨਹੀਂ ਕਰ ਸਕਦਾ. ਆਹ ਚੀਜ਼ ਬੰਦੇ ਨੂੰ ਤੰਗ ਕਰ ਰਹੀ ਹੈ. ਗੁਰੂ ਸਾਹਿਬ ਕਹਿੰਦੇ ਜਿਹੜੀ ਇੱਕ ਤਰ੍ਹਾਂ ਦੀ ਜਿਹਨੂੰ ਕਿਹਾ ਜਾਏ ਕਿ ਸਮ ਕਾਈਂਡ ਆਫ ਜਿਹਨੂੰ ਕਹਿ ਲਓ ਕਿ ਇੱਕ ਫਾਇਰ ਆ which is consistently and continuously actually we are burning it. ਅਸੀਂ ਇਹਦੇ 'ਚ ਆਪਣੇ ਆਪ ਨੂੰ ਸਾੜ ਰਹੇ ਹਾਂ. ਬਾਬਾ ਜੀ ਕਹਿੰਦੇ ਜਦੋਂ ਉਹ ਅੰਮ੍ਰਿਤ ਮਿਲ ਗਿਆ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ, ਫਿਰ ਇਹ ਬੁਝ ਗਏ, ਫਿਰ ਇਹ ਚੀਜ਼ ਕੰਪੈਰੀਜ਼ਨ ਜਿਹੜਾ ਆ ਇਹ ਮੁੱਕਣਾ ਸ਼ੁਰੂ ਹੋ ਗਿਆ. ਅਗਲਾ ਬਚਨ ਲਿਖਿਆ ਮਹਾਰਾਜ ਨੇ, ਗੁਰ ਪ੍ਰਸਾਦੀ ਸਹਿਜ ਕੋ ਪਾਏ, ਗੁਰ ਪ੍ਰਸਾਦੀ ਸਹਿਜ ਕੋ ਪਾਏ. ਪ੍ਰਸਾਦ, ਬਖਸ਼ਿਸ਼, ਗ੍ਰੇਸ, ਬਲੈਸਿੰਗਸ ਜਿਹਨੂੰ ਕਹਿ ਦਿੰਦੇ ਹਾਂ ਅਸੀਂ. ਸਹਿਜ ਬੜਾ ਪਿਆਰਾ ਲਫ਼ਜ਼ ਆ. ਇਹਨੂੰ ਕਈ ਵਾਰੀ ਪੇਸ਼ੈਂਸ ਵਿੱਚ ਵੀ ਅਸੀਂ ਟਰਾਂਸਲੇਟ ਕਰਦੇ ਹਾਂ ਅੰਗਰੇਜ਼ੀ ਲੈਂਗੁਏਜ ਦੇ ਵਿੱਚ, ਜਦੋਂ ਡਿਫਰੈਂਟ ਕੰਟੈਕਸਟ ਦੇ ਅਕੋਰਡਿੰਗਲੀ. ਪਰ ਸਹਿਜ ਦਾ ਇੱਕ ਮਾਇਨਾ, ਜੋ ਕਈ ਵਾਰੀ ਅਸੀਂ ਕਹਿੰਦੇ ਸਹਿਜਧਾਰੀ ਸਿੱਖ, ਹਾਲਾਂਕਿ ਸਿੱਖ ਆ, ਸਹਿਜ ਇੱਕ ਅਵਸਥਾ ਆ, ਇੱਕ ਅਵਸਥਾ. ਹੁਣ ਜਿਹੜੀ ਸਹਿਜ ਦੀ ਗੱਲ ਹੋ ਰਹੀ ਹੈ ਇੱਥੇ ਜਿਸ ਚੀਜ਼ ਨੂੰ ਮਹਾਰਾਜ ਬਿਆਨ ਕਰਦੇ ਨੇ, ਗੁਰ ਪ੍ਰਸਾਦੀ ਸਹਿਜ ਕੋ ਪਾਏ. ਸਹਿਜ ਇੱਥੇ ਮਤਲਬ ਹੈ ਕਿ ਨੈਚੁਰਲ ਫਲੋ. ਮਦਰ ਨੇਚਰ ਨੇ ਇੱਕ ਫਲੋ ਸੈੱਟ ਕੀਤਾ ਆ. ਅਸੀਂ ਪੰਜਾਬੀ 'ਚ ਇੱਕ ਈਡੀਅਮ ਯੂਜ਼ ਕਰਦੇ ਹਾਂ, ਸਹਿਜ ਪੱਕੈ ਸੋ ਮੀਠਾ ਹੋਏ. ਮਿੱਠੀ ਕਿਹੜੀ ਚੀਜ਼ ਹੁੰਦੀ ਹੈ? ਜਿਹੜੀ ਚੀਜ਼ ਪ੍ਰੋਪਰਲੀ ਜਿਹੜੀ ਹੈ ਰਾਈਪ ਕਰਦੀ ਹੈਗੀ ਹੈ, ਜਿਹੜੀ ਨੈਚੁਰਲੀ ਕੋਈ ਚੀਜ਼ ਜਿਹੜੀ ਹੈ ਉਹ ਆਪਣੇ ਉਸ ਹੋਂਦ ਵਿੱਚ ਆਉਂਦੀ ਹੈ. ਜਿਵੇਂ ਅੱਜ ਕੱਲ੍ਹ ਅਸੀਂ ਫਲ ਵਗੈਰਾ ਦੇਖਦੇ ਹੈਗੇ ਆ, GMO ਦੇ ਵਿੱਚੋਂ ਸਾਰਾ ਫੂਡ ਆ ਰਿਹਾ, ਜੈਨੇਟਿਕਲੀ ਮੋਡੀਫਾਈਡ ਹੈਗਾ, ਕੱਚੇ ਹੀ ਮਿੱਠੇ ਬਣਾ ਤੇ ਉਹਨਾਂ ਨੇ ਸਭ ਚੀਜ਼ਾਂ, ਤੇ ਉਹਨਾਂ 'ਚ ਉਹ ਨੈਚੁਰਲ ਨਾ ਤੇ ਉਹੋ ਜਿਹਾ ਕੋਈ ਮਤਲਬ ਉਸ ਕਿਸਮ ਦੀ ਫ੍ਰੈਗਰੈਂਸ ਮਿਲਦੀ ਹੈ, ਨਾ ਉਸ ਕਿਸਮ ਦਾ ਉਹਨਾਂ 'ਚ ਟੇਸਟ ਆ, ਤੇ ਉਹਨਾਂ ਦੇ ਜਿਹੜੇ ਨਿਊਟ੍ਰੀਸ਼ਨਸ ਵੀ ਨੇ ਉਸ ਲੈਵਲ 'ਤੇ ਨਹੀਂ ਹੈਗੇ. ਪਰ ਜਿਹੜੀ ਚੀਜ਼ ਕੁਦਰਤੀ ਤੌਰ 'ਤੇ ਪੱਕਦੀ ਹੈ, ਸਹਿਜ ਪੱਕਾ, ਇੱਕ ਨੇਚਰ ਦੇ ਪ੍ਰੋਪਰ ਉਸ ਪੇਸ ਦੇ ਵਿੱਚ. ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਨੈਚੁਰਲ ਜਿਹੜਾ ਪੇਸ ਹੈਗਾ ਉਹ ਮਿਸ ਕਰ ਰਿਹਾ ਹੈ. ਬੰਦਾ ਕਈ ਵਾਰੀ ਕਹਿੰਦਾ ਆ, I have everything, I have job, I have bank balance, I have car, I have family, whatever anybody can dream, I have it. But at the same time
my whole mind is full with misery. I don't have peace of mind. I don't know why. I'm doing job, at the same time my mind is somewhere else, and my mind is telling me, why are you doing it? Even though that is my dream job. I'm living in my family, and I'm very glad that I'm very actually lucky that I have that kind of family, that kind of household, but still I don't know. I don't have that kind of feelings. ਹੁਣ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਕੀ ਹੈ, ਜਿਹੜਾ ਪੇਸ ਆ ਲਾਈਫ ਦਾ ਉਹ ਟੁੱਟ ਰਿਹਾ ਆ, ਸਹਿਜ ਮਿਸ ਹੈ ਇਹਦੇ 'ਚ, ਜਿਹੜਾ ਨੈਚੁਰਲ ਫਲੋ ਹੋਣਾ ਚਾਹੀਦਾ ਉਹ ਹੈ ਨਹੀਂਗਾ। ਬੰਦਾ ਜੇ ਲੱਭ ਲਵੇ ਉਹ on what pace I should put my actions, I should live my life, I should actually move toward the actually contribution of this world, ਜਿਹੜਾ ਮੈਂ ਕੰਟਰੀਬਿਊਟ ਕਰਨਾ ਧਰਤੀ ਦੇ ਉੱਤੇ, ਫਿਰ ਸਮਝੋ ਨੈਚੁਰਲੀ ਤੌਰ ਤੇ ਜ਼ਿੰਦਗੀ ਦਾ ਸੁੱਖ ਜਿਹੜਾ ਹੈ ਉਹ ਮਿਲਣਾ ਸ਼ੁਰੂ ਹੋ ਜਾਏਗਾ। ਇਹ ਅੰਮ੍ਰਿਤ ਹੀ ਹੈ। ਹੋਰ ਕੋਈ ਬੰਦਾ ਕਹੇਗਾ ਕਿ ਬਾਹਰੋਂ ਕੋਈ ਅੰਮ੍ਰਿਤ ਮੈਨੂੰ ਆਵੇਗਾ, ਗੁਰੂ ਬਾਬਾ ਜੀ ਕਹਿੰਦੇ ਤੇਰੇ ਅੰਦਰੋਂ ਆਉਣਾ ਆ। ਜਿਹਨੂੰ ਬਚਨ ਲਿਖਿਆ ਮਹਾਰਾਜ ਬਿਆਨ ਕਰਦੇ, ਗੁਰ ਪ੍ਰਸਾਦੀ ਸਹਿਜ ਕੋ ਪਾਏ। ਕੋਈ ਇਸ ਪੇਸ ਨੂੰ, ਕੁਛ ਨੈਚੁਰਲ ਪ੍ਰੋਸੈਸ ਨੂੰ, ਇਸ ਲਾ ਆਫ ਕਾਜ਼ਮੋ ਨੂੰ ਜਿਹੜਾ ਹੈਗਾ ਉਹਨੂੰ ਮਾਣ ਲਵੇ, ਉਹਨੂੰ ਅਟੇਨ ਕਰ ਲਵੇ। ਦੁਬਿਧਾ ਮਾਰੇ ਇਕਸ ਸਿਉ ਲਿਵ ਲਾਏ। ਦੁਬਿਧਾ ਡੁਐਲਿਟੀ ਬੜੀ ਵੱਡੀ ਹਾਲਤ ਆ, ਮਨ ਦੀ ਦੋ ਦਸ਼ਾ ਹੋ ਜਾਣੀ। ਬੰਦੇ 'ਚ ਸਟਰਗਲ ਚੱਲ ਰਹੀ ਹੈ। ਵੀ ਆਲ ਹੈਵ all the time at least two choices, bad or good, nice or unnice, actually right and wrong. Sometime we keep on following right path, we keep on doing actually proper things, appropriate things, ethically right things, but at the same time ਮੇਰੇ ਕੋਲ ਮੈਨੂੰ ਯਾਦ ਆ ਕੁਝ ਸਾਲ ਪਹਿਲਾਂ ਦੀ ਗੱਲ ਹੈ, ਇੱਕ ਸੱਜਣ ਆਏ ਕਾਉਂਸਲਿੰਗ ਵਾਸਤੇ, ਤੇ ਆਪਾਂ ਬੈਠੇ, ਮੈਂ ਕਿਹਾ ਜੀ ਦੱਸੋ ਮੈਂ ਤੁਹਾਡੀ ਕੀ ਹੈਲਪ ਕਰ ਸਕਦਾ ਹਾਂ। ਉਹ ਕਾਫੀ ਦੇਰ ਬੈਠਾ ਰਿਹਾ, ਆਲਮੋਸਟ 10 ਮਿੰਟ। ਵੀ ਆਰ ਜਸਟ ਕੁਆਇਟਲੀ ਸਿਟਿੰਗ। ਆਫਟਰ ਏ ਲੌਂਗ ਪੌਜ਼, ਅਰਾਊਂਡ 10 minutes pause, he actually started with a natural word, ਕਹਿੰਦਾ I don't know. I said, it's okay. We will, if you want, we can continue our session. If you don't want, you don't feel like to speak or say or have anything, we can wind up over here. And whenever you feel, you can come. ਫਿਰ ਕਹਿੰਦਾ you know, if you can answer a few of my questions, okay, we can try. ਕਹਿੰਦਾ my first question is, I'm not doing anything bad, I'm not following any actually wrong path in my life, but still ਕਹਿੰਦਾ ਕਿ ਜਿੰਨਾ attractive right path ਆ, ਉਨਾ attractive ਜਿੰਨਾ attractive wrong path ਮੈਨੂੰ ਲੱਗ ਰਿਹਾ, ਉਨਾ right ਨਹੀਂ ਲੱਗ ਰਿਹਾ। I'm following right path, I'm going to right direction, but still that is kind of non-appealing thing to me. ਮੈਨੂੰ ਇਹ ਲੱਗੀ ਜਾਂਦਾ ਮੈਂ ਆਹ ਪਾਥ ਤੇ ਫੋਲੋ ਕਰ ਰਿਹਾ, ਇਹ ਠੀਕ ਹੈ ਮੇਰੇ ਵਾਸਤੇ, but how about this one? That is more actually good looking for me. That is good actually, that might be good choice for me. But at the same time, in my inner is telling me, no, that's not, that's unethical, that's wrong, that's inappropriate. I know I'm not following it, but my question is, why it's happening to me? Can you help in that? ਮੈਂ ਉਹਨੂੰ ਸ਼ਾਬਾਸ਼ ਦਿੱਤੀ। ਮੈਂ ਕਿਹਾ this is not only your issue, we all have this kind of things, and we call it duality, ਦੁਬਿਧਾ। ਇਹ ਮਦਰ ਨੇਚਰ ਦਾ ਲਾ ਆ। ਇੱਕੋ ਸਮੇਂ ਦੇ ਵਿੱਚ ਤੁਹਾਨੂੰ ਚੀਜ਼ਾਂ ਇਸ ਤਰੀਕੇ ਨਾਲ ਅਪੀਲ ਕਰਦੀਆਂ ਨੇ, ਤੇ ਖਾਸ ਕਰਕੇ ਜਿਹੜਾ ਗਲਤ ਪਾਥ ਆ, ਚਾਈਲਡਿਸ਼ ਬਿਹੇਵੀਅਰ ਕੀ ਹੁੰਦਾ ਆ, ਹੁਣ ਤੁਸੀਂ ਦੱਸ ਦਿਓ ਕਿ ਤੂੰ ਨਾ ਇਸ ਚੀਜ਼ ਨੂੰ ਨਹੀਂ ਛੇੜਨਾ, ਮਾਈਕ ਨੂੰ ਨਹੀਂ ਛੇੜਨਾ, ਓਕੇ, ਇਸ ਤਰੀਕੇ ਦੇ ਨਾਲ
ਤੇ ਬੰਦਾ ਕਹਿੰਦਾ ਵੀ ਉਹਦਾ ਮਨ 'ਚੋਂ ਆਵਾਜ਼ ਆ ਰਹੀ ਵੀ ਕੋਈ ਨਾ ਮਾੜੇ ਜਿਹੇ ਟੱਚ ਕਰਕੇ ਦੇਖ ਲਈ ਇੱਕ ਵਾਰੀ, even though instructions are totally clear and that individual also know that no, that's not good, still things are happening. And sometimes things are not happening, but inside of the mind something is pushing, do it, go with that side. Duality. ਇਹ ਬਹੁਤ ਖਤਰਨਾਕ ਹਾਲਤ ਹੈ, ਇਹ द्वंद ਆ ਬੰਦੇ ਦੇ ਅੰਦਰ, ਇੱਕ ਸਟਰਗਲ ਹੈ, ਜੰਗ ਚੱਲਦੀ ਹੈ। ਇਹ ਜੰਗ ਅਸੀਂ ਸਾਰੇ ਹਾਰ ਜਾਵਾਂਗੇ ਜੇ ਸਾਨੂੰ ਲਗਾਤਾਰ ਚੰਗੀ ਸੰਗਤ ਨਹੀਂ ਮਿਲੇਗੀ, ਸਪੋਰਟ ਨਹੀਂ ਮਿਲੇਗੀ, ਸਾਨੂੰ ਗਾਈਡ ਨਹੀਂ ਕਰੇਗਾ ਕੋਈ। ਵਨ ਡੇ ਵੀ ਗੋਨਾ ਲੂਜ਼, ਕਿਉਂਕਿ ਤਗੜੀ ਹੋ ਜਾਏਗੀ ਉਹ ਆਵਾਜ਼ ਜਿਹੜੀ ਕਹਿ ਰਹੀ ਹੈ ਲੈਟਸ ਗੋ ਰੋਂਗ ਸਾਈਡ। But at the same time, if we keep on following right path, if we have some kind of support from spiritual side, from good congregation, good company, good writings, all these things are happening to us. Then Baba Ji is saying here, Baba Ji ਕਹਿੰਦੇ ਦੁਬਿਧਾ ਮਾਰੇ ਇਹ ਮਰ ਜਾਏਗੀ। At a level ਇਹ choice ਹੀ ਨਹੀਂ ਰਹੇਗੀ, path clear ਹੋ ਜਾਏਗਾ, that is my path। ਕੋਈ ਕਹੇਗਾ ਵੀ ਪਿਆ ਵੀ ਤੇ ਹੈ ਹੀ ਹੈ, ਹੋਏਗਾ it never appeal me now, this is not my path। ਦੁਬਿਧਾ ਮਾਰੇ ਇਕਸ ਸਿਉ ਲਿਵ ਲਾਏ, ਲਿਵ ਹੈ ਕਿਸੇ ਚੀਜ਼ ਬਾਰੇ ਪੈਸ਼ਨੇਟ ਹੋ ਜਾਣਾ, ਇੱਕੋ ਰਾਹ ਦੇ ਬਾਰੇ ਪੈਸ਼ਨੇਟ ਆ, ਸਹੀ ਕਰਨਾ ਹੈ, ਠੀਕ ਹੀ ਕਰਨਾ ਹੈ, ਵਧੀਆ ਹੀ ਕਰਨਾ ਹੈ। ਮੈਨੂੰ ਯਾਦ ਹੈ few years back I was in actually Western University, ਤੇ ਮੈਂ ਯੰਗਸਟਰਸ ਦੇ ਨਾਲ ਉਹਨਾਂ ਦੇ ਰੈਜ਼ੀਡੈਂਟ ਵਿੱਚ ਸੀਗਾ। just to I'm kind of people sometimes say to me you are very curious। ਕਈ ਵਾਰ ਮੈਨੂੰ ਹੁੰਦਾ ਤਾਂਕ ਛਾਂਕ ਕਰਨੀ, ਇੱਧਰ ਉੱਧਰ ਦੇਖਣਾ ਜ਼ਿੰਦਗੀ ਬਾਰੇ, ਜੇ ਕਿਤੇ ਇਸ ਕਿਸਮ ਦੇ ਨਾਲ ਇਹੀ ਲਾਈਫ ਹੁੰਦੀ ਹੈ। ਅਤੇ ਮੈਂ ਉਹਨਾਂ ਨਾਲ ਉੱਥੇ ਬੈਠਾ ਗੱਲਾਂ ਬਾਤਾਂ ਕਰ ਰਹੇ ਸੀ, ਅਤੇ ਉੱਥੇ ਆਪੋ ਆਪਣੀਆਂ ਸਟੋਰੀਜ਼ ਦੱਸ ਰਹੇ ਨੇ ਮੈਨੂੰ, ਅਤੇ ਸਟੋਰੀਜ਼ ਉਹਨਾਂ ਦੀਆਂ ਮਤਲਬ ਦੇ ਆਰ ਵੈਰੀ ਡਰਾਸਟਿਕ ਕਾਈਂਡ ਆਫ ਸਟੋਰੀਜ਼, ਜਿਹੜੀਆਂ ਬੜੀਆਂ ਡਰਾਉਣੀਆਂ। ਇੱਕ ਬੱਚਾ ਮੈਨੂੰ ਕਹਿ ਰਿਹਾ I am totally actually sure now these white cops are totally racist। ਮੈਂ ਕਿਹਾ ਵੀ ਕੁਝ ਗੜਬੜ ਹੋਈ ਹੋਣੀ, ਮੁੰਡਾ ਨਵਾਂ ਇੱਥੇ ਆਇਆ। ਅਤੇ ਉਹ ਕਹਿੰਦਾ, ਮੈਂ ਕਿਹਾ ਕੀ ਹੋਇਆ? ਕਹਿੰਦਾ you know I never ever have done any offense, any bad thing, any kind of accident, anything। I caught first time and they actually put a lot of charge on me, they actually gave me really hard time। ਮੈਂ ਕਿਹਾ ਹੋਇਆ ਕੀ ਸੀਗਾ? ਕਹਿੰਦਾ 401 ਦੇ ਉੱਤੇ ਡਰਾਈਵ ਕਰ ਰਿਹਾ ਸੀ ਹਾਈ ਸਪੀਡ 'ਤੇ। ਮੈਂ ਕਿੰਨੀ ਕੁ ਹਾਈ ਸਪੀਡ ਸੀਗੀ? ਕਹਿੰਦਾ ਓਨਲੀ 160। I was actually laughing inside my actually you can say throat, and I was thinking it's okay, ਇਹਦੇ ਨਾਲ ਹੁਣ ਥੋੜ੍ਹੀ ਆਪਾਂ ਨਾ ਐਂਪਥੀ ਸ਼ੋ ਕਰਦੇ ਹਾਂ ਇਹਨੂੰ ਵੀ ਦੈਟਸ ਯੂਰ ਰਾਈਟ ਹੈ ਨਾ, ਬਟ ਐਕਚੁਅਲੀ ਇਹਨੂੰ ਦਿਸ ਨਹੀਂ ਰਿਹਾ ਵੀ ਉਹਨੇ ਇਹਦਾ ਭਲਾ ਕੀਤਾ। ਵੀ 160 ਦੇ ਉੱਤੇ ਉਹਨੇ ਗੱਡੀ ਜਿਹੜੀ ਬਾਉਂਡ ਕਰ ਲਈ, ਲਾਇਸੈਂਸ ਖੋਹ ਲਿਆ, ਸਾਰਾ ਕੁਝ ਕਰ ਲਿਆ, ਬਟ ਇਹਦਾ ਭਲਾ ਕੀਤਾ, ਪਰ ਉਹਨੂੰ ਕੋਈ ਸਮਝ। ਇਹੋ ਜਿਹੀਆਂ ਸਟੋਰੀ ਦੱਸ ਰਹੇ ਹੋ। ਬਾਕੀ ਇਸ ਤੋਂ ਥੋੜ੍ਹੀਆਂ ਜ਼ਿਆਦਾ ਯੂ ਕੈਨ ਸੇ ਜ਼ਿਆਦਾ ਡਰਾਸਟਿਕ ਅਤੇ ਜ਼ਿਆਦਾ ਹੈਗੀਆਂ ਨੇ, ਜਿਹੜੀਆਂ ਸ਼ਾਇਦ ਮੈਂ ਇੱਥੇ ਸ਼ੇਅਰ ਨਹੀਂ ਕਰ ਸਕਦਾ। ਦੋਜ਼ ਥਿੰਗਸ ਵਰ ਹੈਪਨਿੰਗ। ਉੱਥੇ ਇੱਕ ਯੰਗ ਫੋਕ ਉਹ ਬੈਠਾ, ਇੱਕ ਬੁੱਕ ਰੀਡ ਕਰ ਰਿਹਾ ਕਰਕੇ ਬੈਠਾ, ਐਂਡ ਮੈਨੂੰ ਥੋੜ੍ਹਾ ਲੱਗਾ ਮੈਂ ਕੋਈ ਸੈਡ ਹੋਣਾ ਇਸ ਤਰੀਕੇ ਨਾਲ, ਅਤੇ ਮੈਂ ਉਹਨੂੰ ਥੋੜ੍ਹਾ ਆਈ ਟਰਾਈ ਟੂ ਪੋਕ ਹਿਮ ਐਂਡ ਆਈ ਵਾਜ਼ ਸੇਇੰਗ ਕਿੱਦਾਂ, ਕੀ ਹੋਇਆ, ਤੂੰ ਨਹੀਂ ਕੁਛ ਬੋਲ ਰਿਹਾ? ਸਮਾਈਲ ਕੀਤਾ ਬਸ, ਚੁੱਪ। ਮੈਂ ਦੂਜਿਆਂ ਨੂੰ ਪੁੱਛਿਆ ਵੀ ਵਾਟਸ ਰੋਂਗ ਹੇਅਰ? ਉਹ ਕਹਿੰਦੇ ਨਥਿੰਗ। ਇੱਕ ਮੁੰਡਾ ਪਤਾ ਕਹਿੰਦਾ ਹੀ ਇਜ਼ ਬਲੈਸਡ ਵਨ। ਹਾਊ ਕੈਨ ਯੂ ਸੇ ਇਟਸ ਅ ਬਲੈਸਡ ਵਨ? ਵਟ ਡੂ ਯੂ ਵਾਂਟ ਟੂ ਸੇ? ਕਹਿੰਦਾ ਵੀ ਗੱਲ ਇਹ ਹੈ, ਇਹਨੂੰ ਕੋਈ ਆ ਚੀਜ਼ ਜਿਹੜੀ ਹੈਗੀ ਹੈ, ਜਿਹੜੀਆਂ ਚੀਜ਼ਾਂ ਸਾਨੂੰ ਅਪੀਲ ਕਰਦੀ ਇਹਨਾਂ ਨੂੰ ਅਪੀਲ ਹੀ ਨਹੀਂ ਕਰਦੀ। ਇਹਨੂੰ ਨਾ ਉਵੇਂ ਦਾ ਖਾਣਾ, ਨਾ ਪਾਣਾ, ਨਾ ਰਹਿਣਾ। ਹੀ ਇਜ਼ ਟੋਟਲੀ toward the progress of life, progress of achievements, progress of everything, and he is the happiest person in our whole group। ਇੱਕ ਸਿਉ ਲਿਵ ਲਾਏ ਦਾ ਮਾਇਨਾ ਸਮਝੋ ਤੁਸੀਂ। ਸਾਰਾ ਕੂੜ ਕਬਾੜ, ਇਹ ਧਰਤੀ ਤੇ ਸਾਰਾ ਕੁਝ ਹੈ। ਇੱਥੇ ਮੱਛਰ ਵੀ ਹੈ, ਸੱਪ ਵੀ ਹੈ, ਠੂਏ ਵੀ ਨੇ, ਹਨੇਰਾ ਵੀ ਹੈ, ਰੌਸ਼ਨੀ, ਸਭ ਕੁਝ ਹੈ। ਕਿਸੇ ਨੂੰ ਅਪੀਲ ਹੀ ਨਾ ਕਰੇ, कैसी हालत होगी? You know, totally clear
in his or her mind. Maharaj is saying that is avastha of Amrit. ਦੁਬਦਾ ਮਾਰੇ ਇਕਸ ਸਿਉ ਲਿਵ ਲਾਏ, ਨਦਰ ਕਰੇ ਤਾਂ ਹਰ ਗੁਣ ਗਾਵੇ। ਉਹੀ ਬਲੈਸਡ, ਨਦਰ ਕਰੇ ਜਦੋਂ ਨਵਾਜ਼ਿਸ਼ ਹੋ ਜਾਏ। ਇੱਥੇ ਜਾ ਕੇ ਫਿਰ ਇਹ ਹੁੰਦਾ ਹੈ ਕਿ ਬਲੈਸਿੰਗਸ ਦਾ ਮਾਇਨਾ ਇਹ ਹੁੰਦਾ ਹੈ ਕਿ ਤੁਸੀਂ ਅਰਦਾਸਾਂ ਕਰਦੇ ਹੋ, ਬੇਨਤੀਆਂ ਕਰਦੇ ਹੋ, ਮਿੰਨਤ ਕਰਦੇ ਹੋ। ਅਦਰਵਾਈਜ਼ ਟੂ ਸਿਟ ਇਨ ਕੰਗਰੀਗੇਸ਼ਨ, ਟੂ ਪ੍ਰੇ ਟੂਵਰਡ ਵਾਹਿਗੁਰੂ ਜੀ ਐਂਡ ਡੂ ਸਮ ਕਾਈਂਡ ਆਫ ਪਾਠ, ਰਿਲੀਜੀਅਸ ਐਕਟੀਵਿਟੀਜ਼, what is the purpose for doing all these things? This is the purpose. Oh Vaheguru ji, please ਮੈਨੂੰ blessings ਕਰੋ, ਮੈਨੂੰ ਬਖਸ਼ਿਸ਼ ਕਰੋ। ਜਿੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਮਹਾਰਾਜ ਕਹਿੰਦੇ ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸਮਾਵਣਿਆ। ਇਹਦੇ ਸਦਕਾ ਹੀ ਫਿਰ ਸੱਚ ਵਿੱਚ ਸਮਾਉਂਦਾ ਬੰਦਾ, ਰਿਐਲਿਟੀ 'ਚ ਜਿੰਦਾ ਆ। ਅਦਰਵਾਈਜ਼ ਜਿਹੜਾ ਰੀਅਲ ਵਰਲਡ ਆ, ਇਹ ਤੇ ਕਿਸੇ ਨੂੰ ਅਪੀਲ ਨਹੀਂ ਕਰਦਾ। ਅਸੀਂ ਆਪਣੀ ਪਰਸੈਪਸ਼ਨ 'ਚ ਜੀਨੇ ਆ। ਪਰਸੈਪਸ਼ਨ ਇਹ ਹੈ ਕਿ ਮੇਰੀ ਫੈਮਿਲੀ ਮੈਨੂੰ ਲਾਈਕ ਨਹੀਂ ਕਰਦੀ। ਪਰਸੈਪਸ਼ਨ ਇਹ ਹੈ ਕਿ ਮੈਨੂੰ ਕੋਈ ਨਹੀਂ ਸਮਝਦਾ। ਪਰਸੈਪਸ਼ਨ ਇਹ ਹੈ ਕਿ ਜਿੰਨਾ ਮੈਂ ਕਾਬਲ ਨਾ ਓਨਾ ਕੁਝ ਮੈਨੂੰ ਮਿਲਦਾ ਨਹੀਂਗਾ। ਪੀਪਲ ਆਰ ਨੋਟ ਏਬਲ ਟੂ ਅੰਡਰਸਟੈਂਡ ਹੂ ਐਮ ਆਈ। ਪਰਸੈਪਸ਼ਨ ਇਹ ਹੈ ਕਿ ਮੈਂ ਨਾ ਐਕਚੁਅਲ ਲੈਵਲ ਤੇ ਅੰਡਰ ਅਚੀਵਰ ਚੱਲ ਰਿਹਾ, ਡਿਊ ਟੂ ਮਾਈ ਓਨ ਐਕਚੁਅਲੀ ਲੈਕਿੰਗ, ਡਿਊ ਟੂ ਮਾਈ ਓਨ ਮਿਸਟੇਕਸ, ਐਂਡ ਰੱਬ ਵੀ ਮੇਰਾ ਦੁਸ਼ਮਣ ਆ। ਪਰਸੈਪਸ਼ਨ ਇਹ ਹੈ। ਰਿਐਲਿਟੀ ਦੇ ਕਿੱਥੇ ਬੰਦਾ ਨੇੜੇ ਹੈ? ਬੰਦਾ ਦੇਖ ਹੀ ਨਹੀਂ ਰਿਹਾ ਰਿਐਲਿਟੀ 'ਚ ਕੀ ਹੋ ਰਿਹਾ ਹੈ। ਡਿਪਰੈਸ਼ਨ ਕਿਉਂ ਵੱਧ ਰਿਹਾ ਡੇ ਬਾਈ ਡੇ? ਕਿਉਂਕਿ ਅਸਲੀਅਤ ਜੋ ਹੈ ਦਿਸ ਹੀ ਨਹੀਂ ਰਿਹਾ। ਤੁਸੀਂ ਦੇਖੋ, ਅਸੀਂ ਕੈਨੇਡਾ 'ਚ, ਅਮਰੀਕਾ 'ਚ ਬੈਠੇ ਹਾਂ, ਇਹਨਾਂ ਮੁਲਕਾਂ ਦੇ ਵਿੱਚ। ਕੈਨੇਡਾ ਦੀ ਗੱਲ ਕਰੀਏ, ਸੋਸ਼ਲ ਸਿਕਿਉਰਿਟੀ, ਹੈਲਥ ਕੇਅਰ, ਐਨਵਾਇਰਨਮੈਂਟ ਸਾਈਡ ਤੋਂ, ਲਾਅ ਐਂਡ ਆਰਡਰ, and any kind of opportunity. What is missing? What is missing here? Actually, ਇੱਥੇ ਅਸੀਂ ਕੀ ਮਿਸ ਕੀ ਕਰ ਰਹੇ ਹਾਂ? ਨਥਿੰਗ। ਫਿਰ ਡਿਪਰੈਸ਼ਨ ਦਾ ਗ੍ਰਾਫ ਇੱਥੇ ਹੋਏ। ਸੋ ਇਹਦਾ ਮਤਲਬ ਇਹ ਹੈ ਰਿਐਲਿਟੀ ਦੇ ਨੇੜੇ ਹੀ ਨਹੀਂ ਬੰਦਾ ਹੈਗਾ। ਬੰਦਾ ਕਿਸੇ ਹੋਰ ਦੁਨੀਆ 'ਚ ਗਵਾਚ ਗਿਆ ਆ। ਬਾਬਾ ਜੀ ਕਹਿੰਦੇ ਨੇ ਇਹੀ ਸਿਮਰਨ, ਇਹੀ ਨਦਰ, ਇਹੀ ਬਖਸ਼ਿਸ਼ ਤੁਹਾਨੂੰ ਉਹਦੇ ਨੇੜੇ ਲੈ ਕੇ ਆਏਗੀ। ਜਿੰਨਾ ਬੰਦਾ ਉਹਦੇ ਨੇੜੇ ਰਹੇਗਾ, ਰੀਅਲ ਰਿਐਲਿਟੀ, ਅਲਟੀਮੇਟ ਰਿਐਲਿਟੀ, that is Rabb. People who are living in reality, they are near to God, they are near to ਅਕਾਲ ਪੁਰਖ ਵਾਹਿਗੁਰੂ। ਅਜੇ ਸ਼ਬਦ ਜਿਹੜਾ ਰਹਿੰਦਾ ਆ, ਜਿਹਦੀ ਵਿਵੇਚਨਾ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਅੱਜ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਪੁਰਬ ਵੀ ਹੈ। ਬਾਈ ਚਾਂਸ ਮੇਰੇ ਜ਼ਹਿਨ ਵਿੱਚੋਂ ਬਾਤ ਉਸ ਲੈਵਲ 'ਤੇ ਉਸ ਤਰੀਕੇ ਨਾਲ ਆਈ ਨਹੀਂ, ਅਦਰਵਾਈਜ਼ ਵੀ ਮਾਈਟ ਹੈਵ ਡਿਸਕਸਡ। ਪਰ ਫਿਰ ਵੀ ਗੁਰੂ ਮਹਾਰਾਜ ਸਾਨੂੰ ਸਾਰਿਆਂ ਨੂੰ ਅਸੀਸ ਦੇਣ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।